सज्जनों ते मित्रों अस्सलाम वालेकुम। अपना ये वीलाग मैं पंजाबी जुबान विच करांगा जी साडी माँ बोली है। वजह है वे कि मिर्ज़ा फड़िया गया है। इंजीनियर मुहम्मद अली मिर्ज़ा आफ जेलमी फड़िया गया है। ਜਿਹੜੀਆਂ मैं ਗੱਲਾਂ ਤੁਹਾਡੇ ਸਾਹਮਣੇ ਰੱਖਾਂਗਾ, ਕੁਝ ਹਕਾਇਕ ਤੁਹਾਨੂੰ ਦੱਸਾਂਗਾ, ਤੁਸੀਂ ਖੁਦ ਵੀ ਹੈਰਾਨ ਰਹਿ ਜਾਓਗੇ। ਉਹ ਸਿਆਣੇ ਆਖਦੇ ਨੇ ਨਾ, ਜਦੋਂ ਬੰਦੇ ਦੇ ਵਿੱਚ ਮੈਂ ਆ ਜਾਏ, ਤਕਬਰ ਆ ਜਾਏ, ਗਰੂਰ ਆ ਜਾਏ, ਕਿਸੇ ਨੂੰ ਕੁਝ ਨਾ ਸਮਝੇ ਤੇ ਫਿਰ ਵੱਡੀਆਂ ਵੱਡੀਆਂ ਵੀ ਛੱਡਦਾ। ਜਦੋਂ ਵੱਡੀਆਂ ਵੱਡੀਆਂ ਛੱਡਦਾ ਤੇ ਫਿਰ ਬੋਂਗੀਆਂ ਵੀ ਵੱਜ ਜਾਂਦੀਆਂ ਨੇ। ਜਦੋਂ ਫਿਰ ਬੋਂਗੀਆਂ ਵੱਜਦੀਆਂ ਨੇ ਤੇ ਫਿਰ ਸਾਡੇ ਵਰਗੇ ਵੀ ਤੇ ਕੋਈ ਸੁਣਨ ਵਾਲੇ ਹੈ ਨੇ ਨਾ, ਜਿਹੜੇ ਆਂਦੇ ਨੇ ਯਾਰ ਕਿੱਡੀ ਵੱਡੀ ਛੱਡ ਬੈਠਾ। ਹੁਣ ਜਦੋਂ ਛੱਡੀਏ ਤੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਕਿ ਜਿਹੜੀ ਬੋਂਗੀ ਮਾਰੀ ਏ ਜਾਂ ਮਿਰਜ਼ੇ ਹੋਰਾਂ ਨੇ ਛੱਡੀ ਏ ਉਹ ਕੀ ਗੱਲ ਏ। ਤੇ ਗੈਰ ਜਾਣਬਦਾਰ ਹੋ ਕੇ ਮੈਂ ਬਤੌਰ ਸਾਫੀ ਤਜ਼ੀਆ ਕਰਾਂਗਾ, ਕਿਸੇ ਦੀ ਸਾਈਡ ਨਹੀਂ ਲਾਂਗਾ। ਬਸ ਮਿਰਜ਼ੇ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਨਾ ਹਾਲੀਆ, ਉਹ ਕੁਝ ਮੈਂ ਖੁਦ ਵੀ ਤਹਿਕੀਕ ਕੀਤੀ ਏ ਤੇ ਕੁਝ ਤੁਹਾਡੇ ਤੇ ਵੀ ਛੱਡਾਂਗਾ ਕਿ ਮਜ਼ੀਦ ਉਹ ਗੱਲਾਂ ਦੀ ਤਹਿਕੀਕ ਕਰ ਲੈਣਾ ਕਿ ਆਇਆ ਮੈਂ ਤੇ ਨਹੀਂ ਗਲਤ ਕਹਿ ਰਿਹਾ ਜਾਂ ਮੈਨੂੰ ਸੁਣਨ 'ਚ, ਵੇਖਣ 'ਚ, ਸਮਝਣ 'ਚ ਤੇ ਨਹੀਂ ਗਲਤੀ ਹੋ ਗਈ। ਤੇ ਜ਼ਰੂਰ ਸੁਣਨਾ। ਤੇ ਤੁਹਾਡੇ ਨਾਲ ਇੱਕ ਗੁਜ਼ਾਰਿਸ਼ ਹੈ, ਮੇਰਾ ਚੈਨਲ ਇਨਸਾਈਡ ਸਟੋਰੀ ਲਾਈਕ ਤੇ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਬਟਨ ਵੀ ਦਬਾ ਲਓ। ਤੇ DGISI ਲੈਫਟੀਨੈਂਟ ਜਨਰਲ ਨਦੀਮ ਅੰਜੁਮ ਦੇ ਹਵਾਲੇ ਨਾਲ ਜਿਹੜੀ ਮੈਂ ਹਾਲੀਆ ਡਾਕੂਮੈਂਟਰੀ ਕੀਤੀ ਹੈ ਜ਼ਰੂਰ ਵੇਖਿਓ। ਤੇ ਅਲਾਮਾ ਖਾਦਿਮ ਹੁਸੈਨ ਰਿਜ਼ਵੀ ਦੇ ਹਵਾਲੇ ਨਾਲ ਵੀ ਜਿਹੜੀ ਡਾਕੂਮੈਂਟਰੀ ਕੀਤੀ ਹੈ ਨਾ ਉਹ ਵੀ ਵੇਖ ਲਓ ਤੇ ਆਪਣਾ ਫੀਡਬੈਕ ਜ਼ਰੂਰ ਦਿਓ। ਲੋ ਜੀ, ਮਿਰਜ਼ੇ ਨੇ ਨਾ ਕੋਈ 9 ਸਤੰਬਰ ਨੂੰ ਇੱਕ ਵੀਲਾਗ ਕੀਤਾ, 1.5 ਘੰਟੇ ਦੇ ਉੱਤੇ ਦਾ ਉਹਦਾ ਦੁਰਾਨੀਆ। ਔਰ ਉਹ ਵੀਲਾਗ ਉਹਨੇ ਕੀਤਾ ਹਾਫਿਜ਼ ਸਾਹਿਬ ਹੁਸੈਨ ਰਿਜ਼ਵੀ ਦੇ ਇੰਟਰਵਿਊ ਦੇ ਤਨਾਜ਼ੁਰ ਵਿੱਚ ਜੀ, ਕਿ ਉਹਨਾਂ ਨੇ ਗੱਲ ਕੀਤੀ ਕਿ ਨਹੀਂ ਮੈਂ ਨਹੀਂ ਕੁਝ ਕਹਿਣਾ, ਇਹ ਛਿੜ ਜਾਏਗਾ। ਤੇ ਇਹ ਪੂਰੇ ਵੀਲਾਗ 'ਚ ਨਾ ਮਿਰਜ਼ਾ ਛਿੜਿਆ ਪਿਆ ਜੇ। ਔਰ ਇਹ ਛਿੜਨ ਦਾ ਅਸਰ ਇਹ ਹੋਇਆ ਕਿ ਹਾਫਿਜ਼ ਹੋਰਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਉਹ ਮਿਰਜ਼ਾ ਵਾਕਈ ਛਿੜ ਗਿਆ ਤੇ ਬੋਂਗੀਆਂ ਮਾਰ ਬੈਠਾ। ਸੱਜਣੋ ਤੇ ਮਿੱਤਰੋ, ਮਿਰਜ਼ੇ ਨੇ ਜਿਹੜੀਆਂ ਵੱਡੀਆਂ ਵੱਡੀਆਂ ਛੱਡੀਆਂ ਨੇ ਤੇ ਬੋਂਗੀਆਂ ਮਾਰੀਆਂ ਨੇ। ਗੱਲ ਸ਼ੁਰੂ ਹੁੰਦੀ ਹੈ, ਮਿਰਜ਼ੇ ਨੇ ਆਪਣੀ ਜਿਹੜੀ ਵਡਿਆਈ ਬਿਆਨ ਕੀਤੀ ਹੈ। वो भी क्या दिन थे जब हम जिन थे अब हम द्यों हैं, इन जिनों के भी प्यों हैं। तो बड़ी माजरत ਦੇ ਨਾਲ ਮਿਰਜ਼ਾ ਦੇ ਸੁਣਨ ਵਾਲਿਆਂ ਨੂੰ ਜਾਂ ਮਿਰਜ਼ੇ ਤੋਂ ਕਿ ਨਾ ਤੁਸੀਂ ਜਿੰਨ ਹੋ ਨਾ ਦਿਓ, ਤੁਸੀਂ ਕੁਝ ਵੀ ਨਹੀਂ ਹੋ ਅਜੇ। ਓਏ ਖੁਦ ਪਹਿਲੇ ਪੜ੍ਹੋ, ਲਿਖੋ, ਸਮਝੋ। ਇਹ ਮਿਰਜ਼ਾ ਜਿਹੜਾ ਨਾ ਤੁਹਾਨੂੰ ਬੇਵਕੂਫ ਬਣਾਉਂਦਾ। ਕਿਵੇਂ ਬੇਵਕੂਫ ਬਣਾਉਂਦਾ? ਪਹਿਲੀ ਬੋਂਗੀ ਨੰਬਰ 1, ਇਹਨੇ ਗੱਲ ਕੀਤੀ ਹੈ ਅਮੀਰੇ ਲਬੈਕ ਹਾਫਿਜ਼ ਸਾਦ ਹੁਸੈਨ ਰਿਜ਼ਵੀ ਦੇ ਤਨਾਜ਼ੁਰ ਜੀ ਕਿ ਉਹਨਾਂ ਦੀ ਜਿਹੜੀ ਕਰੀਬ ਹੈ ਨਾ ਉਹ ਜਮਾਤ ਤੇ ਮਜ਼ਬੂਤ ਨਹੀਂ, ਬੜੇ ਕਮਜ਼ੋਰ ਅਮੀਰ ਸਾਬਤ ਹੋਏ ਨੇ। ਤੇ ਬਤੌਰ ਸਾਫੀ ਮੈਂ ਇਸ ਚੀਜ਼ ਦਾ ਗਵਾਹ ਹਾਂ। ਮੈਂ ਕਈ ਦਫਾ ਜ਼ਿਕਰ ਕਰ ਚੁੱਕਿਆ ਕਿ ਜਿੰਨੀ ਜਵਾਨ ਮਰਦੀ ਨਾਲ ਇਸ ਨੌਜਵਾਨ ਨੇ ਜੇਲ੍ਹ ਕੱਟੀ ਹੈ, ਕੱਟੀ ਨੌਜਵਾਨਾਂ ਨੇ ਜੇਲ੍ਹ ਕੱਟੀ ਹੋਏ, ਕਿ ਉਸ ਵਕਤ ਦਾ ਤਾਕਤਵਰ ਤਰੀਨ ਸ਼ਖਸ ਜਨਰਲ ਫੈਜ਼ ਤਰੀ ਲਾਏ ਤੇ ਉਹ ਡਟ ਗਏ। ਹੋਰ ਕਿ ਜੀ ਇਮਰਾਨ ਖਾਨ ਸਾਡੀ ਜ਼ਿੱਦ ਹੈ, ਆਪਣੇ ਮੁਤਾਲਬਿਆਂ ਤੋਂ ਪਿੱਛੇ ਹਟੋ, ਤੇ ਨਹੀਂ ਹਟੇ। ਫਿਰ ਅਲਾਮਾ ਖਾਦਿਮ ਹੁਸੈਨ ਰਿਜ਼ਵੀ ਮਰਹੂਮ ਹੋਰਾਂ ਦਾ ਆਪਣਾ ਕਿਰਦਾਰ, ਉਹ ਬਿਮਾਰੀ ਦੀ ਹਾਲਤ 'ਚ ਚਲੇ ਗਏ। ਇਸਲਾਮਾਬਾਦ ਫੈਜ਼ਾਬਾਦ ਧਰਨਾ ਜਦੋਂ 2 ਹੋਇਆ, ਲੋਕਾਂ ਨੇ ਕਿਹਾ ਅਰੈਸਟ ਕਰੋ। ਉਹਨਾਂ ਕਿਹਾ ਨਹੀਂ, ਅਗਰ ਮੈਂ ਨਾ ਗਿਆ। ਇਹ ਹੁੰਦਾ ਕਿਰਦਾਰ ਦਾ ਗਾਜ਼ੀ। ਤੁਸੀਂ ਉਹ ਗੁਫਤਾਰ ਦੇ ਗਾਜ਼ੀ ਮਿਰਜ਼ਾ ਸਾਹਿਬ, ਤੇ ਜਿਹੜੇ ਸੁਣਨ ਵਾਲੇ ਨੇ ਉਹ ਬੱਲੇ ਬੱਲੇ ਸ਼ਾਵਾ ਸ਼ਾਵਾ ਕਰਦੇ ਨੇ। ਬੋਂਗੀ ਨੰਬਰ 2 ਉਹ ਵੇ ਨਾਇਬ ਅਮੀਰ ਲਬੈਕ ਪੀਰ ਜ਼ਹੀਰੁਲ ਹਸਨ ਸ਼ਾਹ ਹੋਰਾਂ ਦੇ ਹਵਾਲੇ ਨਾਲ। ਮੈਂ ਇੱਕ ਗੱਲ ਕਲੀਅਰ ਕਰ ਦੇਵਾਂ ਕਿ ਮੈਂ ਕਿਸੇ ਦੀ ਸਾਈਡ ਨਹੀਂ ਲਵਾਂਗਾ, ਜਿਹੜੀ ਹਕੀਕਤ ਹੈ ਉਹ ਬਿਆਨ ਕਰਾਂਗਾ। ਤੇ ਇਹ ਵੀਲਾਗ ਮੈਂ ਜਿਹੜਾ ਮਿਰਜ਼ੇ ਦਾ ਡਾਟਾ ਕੱਢਿਆ ਨਾ, ਸੱਚੀ ਗੱਲ ਹੈ, ਉਹ ਕੋਈ ਸਾਡੇ ਸੁਣਨ ਵਾਲੇ ਇਸ ਤਰ੍ਹਾਂ ਦੇ ਹੁੰਦੇ ਨੇ ਹਸਾਸ ਕਿ ਮੈਂ ਉਹ ਜ਼ਿਕਰ ਨਹੀਂ ਕਰ ਸਕਦਾ ਇਹਦੀਆਂ ਬੋਂਗੀਆਂ ਦਾ। ਆਖਦਾ ਹੈ ਕਿ ਪਹਿਲੇ ਤੇ ਇਹ ਬੜੇ ਚਾਵਾਂ ਨਾਲ ਆਉਂਦੇ ਨੇ, ਅਸੀਂ ਫੰਦੇ ਚੁੰਮਾਂਗੇ, ਕਾਲ ਕੋਠਰੀਆਂ 'ਚ ਜਾਵਾਂਗੇ। ਤੇ ਜਦੋਂ ਫੜ ਕਰਦੇ ਨੇ ਇੱਕ ਦਿਨ ਹਵਾਲਾਤ ਜਾਂ ਜੇਲ੍ਹ 'ਚ ਗੁਜ਼ਾਰਦੇ ਨੇ ਤੇ ਫਿਰ ਸਾਰਾ ਇਸ਼ਕ ਨਿਕਲ ਜਾਂਦਾ ਹੈ। ਓਏ ਅੱਲਾ ਵਾਲਿਆ, ਕੋਈ ਅਕਲ ਨੂੰ ਹੱਥ ਲਾ। ਇਸ਼ਕ ਨਿਕਲਦਾ ਜਾਂ ਪਹਿਰਾ ਦਿੰਦੇ ਨੇ, ਖੜੇ ਰਹਿੰਦੇ ਨੇ। ਤੂੰ ਮੁਬਾਰਕ ਸਾਨੀ ਕੇਸ 'ਚ ਕੀ ਕੀਤਾ ਹੈ ਜਾਂ ਤੇਰੇ ਮੰਨਣ ਵਾਲਿਆਂ ਨੇ ਕੀ ਕੀਤਾ ਹੈ? ਅਗਲੇ ਖਲੋਤੇ ਨੇ, ਡਟ ਕੇ ਖਲੋਤੇ ਨੇ। ਫਿਰ ਇਹ ਜਿਹੜਾ ਵੀਲਾਗ ਸੀ ਇਹ ਇਹਨਾਂ ਕੀਤਾ 9 ਸਤੰਬਰ ਨੂੰ। ਤੇ ਮਿਰਜ਼ਾ ਜੀ ਤੁਹਾਡੀਆਂ ਅੱਖਾਂ ਚੁੰਦਿਆਈਆਂ ਹੋਈਆਂ ਸਨ ਜਾਂ ਕੁਝ ਅੱਖਾਂ ਅੱਗੇ ਆ ਗਿਆ ਸੀ 7 ਸਤੰਬਰ ਨੂੰ, ਜਦੋਂ ਪਿੰਡੀ 'ਚ ਤਾਜਦਾਰੇ ਖਤਮੇ ਨਬੂਵਤ ਸੱਲੱਲਾਹੁ ਅਲੈਹਿ ਵਸੱਲਮ ਕਾਨਫਰੰਸ ਹੋਈ ਏ ਤੇ ਉੱਥੇ ਸਟੇਜ 'ਤੇ ਮੌਜੂਦ ਨਹੀਂ ਸਨ। ਤੁਸੀਂ ਕਹਿੰਦੇ ਤਰੀ ਲਾ ਕੇ ਭੱਜ ਗਿਆ। ਕੁਝ ਕਹਿੰਦੇ ਸਨ ਗ੍ਰਿਫਤਾਰੀ ਦਿਓ, ਇਹਨਾਂ ਕਹਿੰਦੇ ਨਹੀਂ ਮੈਂ ਗ੍ਰਿਫਤਾਰੀ ਨਹੀਂ ਦੇਣੀ। ਡਰਦਾ ਫਿਰਦਾ ਹੈ, ਛੁਪਦਾ ਫਿਰਦਾ ਹੈ, ਲੁਕਦਾ ਫਿਰਦਾ ਹੈ। ਤੇ ਹਾਫਿਜ਼ ਸਾਹਿਬ ਹੋਰਾਂ ਨੇ ਜੋ ਆਖਿਆ ਨਾ ਛਿੜ ਜਾਂਦਾ, ਇਹ ਤੁਸੀਂ ਛਿੜੇ ਹੋ ਮਿਰਜ਼ਾ ਜੀ, ਲੇਕਿਨ ਤੁਸੀਂ ਮੰਨੋਗੇ ਨਹੀਂ। ਲੇਕਿਨ ਉਹ ਆਂਦੇ ਨਾ ਭੈਂਸ ਅੱਗੇ ਬੀਨ ਵਜਾਉਣ ਦਾ, ਟੂੰ ਟੂੰ ਕਰਨ ਦਾ ਕੀ ਫਾਇਦਾ? ਤੁਸੀਂ ਉਹ ਜਿਹੜੇ ਸੁਣਨ ਵਾਲੇ ਨੇ ਉਹ ਅੱਗੋਂ ਕਹਿ ਕੇ ਲਾ ਰਹੇ ਸਨ ਮਜ਼ੇ ਨਾਲ। ਇਹ ਟੋਪੀ ਪਵਾਉਂਦਾ ਹੈ, ਬੇਵਕੂਫ ਬਣਾਉਂਦਾ ਹੈ, ਮਾਮੂ ਬਣਾਉਂਦਾ, ਮੰਨ ਜਾਂਦੇ ਨੇ। ਯਾਰ ਆਪੀ ਵੀ ਅਕਲ ਨੂੰ ਹੱਥ ਲਾਇਆ ਕਰੋ ਤੇ ਕੀ ਕਰ ਲਿਆ ਕਰੋ। ਜਿੰਨਾ ਗ੍ਰਿਫਤਾਰ ਕਰਨਾ ਸੀ ਉਹ ਕਰ ਲੈਂਦੇ ਆ ਕੇ। ਰਿਆਸਤੀ ਅਦਾਰਿਆਂ ਨੂੰ ਤਾਂ ਕੋਈ ਪੈਗਾਮ ਨਹੀਂ ਆਇਆ।
ਜਾਂ ਕੋਈ ਸਟੇਟਮੈਂਟ ਨਹੀਂ ਆਈ ਤੇ ਮਿਰਜ਼ਾ ਜੀ ਤੁਹਾਨੂੰ ਇਹ ਉਹ ਪੰਜਾਬੀ 'ਚ ਕੀ ਆਂਦੇ ਨੇ ਡੈਸ਼ ਡੈਸ਼ ਉਹ ਕੀ ਤਾਰ ਆ ਨਾ ਉਹ ਤਾਰ ਆ ਕੀ ਯਾਰ ਕੁਛ ਠੀਕ ਹੈ ਤੁਹਾਡੇ ਮੰਨਣ ਵਾਲੇ ਨੇ। ਇਹ ਸੀ ਬੋਂਗੀ ਨੰਬਰ 2 ਔਰ ਬੋਂਗੀ ਨੰਬਰ 3 ਜਿਹੜੀ ਮੈਂ ਦੱਸਣ ਲੱਗਾ ਇਸੇ ਵੀਲਾਗ 'ਚ ਉਹ ਬੋਂਗੀ ਨੰਬਰ 3 ਹੈ ਜੀ ਆਪਣੀ ਵਡਿਆਈ ਤੇ ਸ਼ਾਵਾ ਤੇ ਬੱਲੇ ਬੱਲੇ ਬਿਆਨ ਕਰ ਰਹੇ ਸਨ ਕਿ ਮੈਂ ਨਹੀਂ ਸੀ ਇਹਨਾਂ ਦੇ ਬਾਬਿਆਂ ਨੂੰ ਛੇੜਦਾ ਕਿਸੇ ਨੂੰ। ਜਦੋਂ ਇਹਨਾਂ ਨੇ ਮੇਰੇ ਖਿਲਾਫ ਕਤਲ ਦੇ ਫਤਵੇ ਦਿੱਤੇ ਸਾਜ਼ਿਸ਼ਾਂ ਲਾਈਆਂ ਮੇਰੇ ਛੋਟੇ ਛੋਟੇ ਕਲਿੱਪ ਕੱਟੇ ਤੇ ਫਿਰ ਮੈਂ ਜਿਹੜਾ ਨਾ ਇਹਨਾਂ ਦੇ ਬਾਬਿਆਂ ਦੀਆਂ ਤਸਵੀਰਾਂ ਲਾ ਕੇ ਫਿਰ ਮੈਂ ਕਿਹਾ ਅੱਛਾ ਹੁਣ मैं यही करूँगा क्योंकि पहले मैं जिन था अब मैं दूँ इनका भी हूँ। और ये कहा जी कि मैं बरेलवी और मैं तुन के रखांगा। इन्होंने कहा जी मैं तुन के रखांगा। तो मिर्ज़ा जी की ये जो भोंकी है ना वो मैं बयान करता हूँ। इन्होंने कहा जी कि 2016-17 च ना मैं थंबनेल बनाना सीखा। ਇਹਨਾਂ ਦੇ ਜਿਹੜੇ ਮੈਂ ਚੈਨਲ ਤਹਿਕੀਕ ਕੀਤੇ ਨਾ 8-9 ਚੋਂ ਵਾਕਈ ਚੈਨਲ ਸਨ ਕੋਈ 100 ਤੋਂ ਉੱਤੇ ਇਹਨਾਂ ਦੀਆਂ ਵੀਡੀਓਜ਼ ਨੇ ਉਹਦੇ ਉੱਤੇ। ਉਹ ਵੀਡੀਓਜ਼ ਦੇ ਵਿੱਚ ਵੀ ਥੰਬਨੇਲ ਮੌਜੂਦ ਨੇ। ਇਹ ਆਂਦੇ ਨੇ ਮੈਂ 2016 ਤੇ 17 ਚ ਥੰਬਨੇਲ ਬਣਾਉਣਾ ਸਿੱਖਿਆ। ਜਿਹੜਾ YouTube ਤੋਂ ਅਸੀਂ ਇਹਨਾਂ ਦਾ ਡਾਟਾ ਇਕੱਠਾ ਕੀਤਾ ਨਾ ਇਹਨਾਂ ਨੇ YouTube ਦਾ ਦੂਸਰਾ ਜਿਹੜਾ ਇਹਨਾਂ ਦਾ ਚੈਨਲ ਸੀ ਉਹ 17 ਜੂਨ 2014 ਨੂੰ ਬਣਿਆ। ਹੁਣ ਤੱਕ ਉਹਦੇ ਤੇ 62 ਕਰੋੜ 61 ਲੱਖ ਤੋਂ ਜ਼ਿਆਦਾ ਵਿਊਜ਼ ਆ ਚੁੱਕੇ ਨੇ ਤੇ 2000 ਤੋਂ ਜ਼ਿਆਦਾ ਇਹਨਾਂ ਦੀਆਂ ਵੀਡੀਓਜ਼ ਨੇ। ਫਿਰ ਮਿਰਜ਼ੇ ਹੋਰਾਂ ਨੇ ਕਿਹਾ ਜੀ ਕਿ ਮੇਰੀ ਹੁਣ ਤੱਕ ਦੀ ਜਿਹੜੀ ਪਾਪੂਲਰ ਤਰੀਨ ਵੀਡੀਓ ਹੈ ਨਾ ਉਹ ਵੀਡੀਓ ਹੋਵੇ ਕਿ ਜਿਹੜੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਨੇ ਨਾ ਉਲਮਾ ਇਕਰਾਮ ਜਾਂ ਵੱਡੇ ਵੱਡੇ ਮਕਤਬਾ ਫਿਕਰ ਉਹਨਾਂ ਦੀਆਂ ਜਿਹੜੀਆਂ 19 ਦੇ ਕਰੀਬ ਗੁਸਤਾਖਾਨਾ ਇਬਾਰਤਾਂ ਨੇ ਨਾ ਮੈਂ ਉਹ ਮੇਰੀ ਵੀਡੀਓ ਮਸ਼ਹੂਰ ਹੈ। ਤੇ ਦੋਸਤੋ ਗੌਰ ਨਾਲ ਗੱਲ ਸੁਣਨੀ ਹੈ ਤੁਸੀਂ ਤਹਿਕੀਕ ਕਰੋ ਉਹ ਇਹਨਾਂ ਦੀ ਮਸ਼ਹੂਰ ਵੀਡੀਓ ਹੈ ਹੀ ਨਹੀਂ। ਉਹ ਇਹਨਾਂ ਦੀਆਂ ਮਸ਼ਹੂਰ 50ਵਾਂ ਵੀਡੀਓ 'ਚ ਵੀ ਨਹੀਂ ਆਉਂਦੀ ਰੇਟਿੰਗ 'ਚ। ਇਹ ਆਉਂਦੇ ਪਏ ਨੇ ਮੇਰੀ ਸਭ ਨਾਲ ਮਸ਼ਹੂਰ ਵੀਡੀਓ। ਆਪਣੀ ਵਡਿਆਈ ਜੋ ਬਿਆਨ ਕਰਨੀ ਹੈ ਤੇ ਵਡਿਆਈ ਦੇ ਵਿੱਚ ਬੋਂਗੀ ਮਾਰੋਗੇ ਤੇ ਸਾਡੇ ਵਾਸਤੇ ਫੜਨਗੇ। ਇਹਨਾਂ ਦੇ YouTube ਤੇ ਜਾਓ ਪਾਪੂਲਰ ਵੀਡੀਓ ਦੇਖੋ ਉਹਦੇ ਵਿੱਚ ਉਹ ਹੈ ਹੀ ਨਹੀਂ। 50 ਵੀਡੀਓਜ਼ ਦੇ ਵਿੱਚ ਨਹੀਂ ਹੈ ਉਹ 10 'ਚ ਨਹੀਂ ਹੈਗੀ 40 'ਚ ਨਹੀਂ ਹੈਗੀ 30 'ਚ ਨਹੀਂ ਹੈਗੀ 50 'ਚ ਨਹੀਂ ਹੈਗੀ। ਮੈਂ ਕਿਹਾ ਚਲੋ 10 'ਚ ਹੋ ਜਾਏਗੀ 20 'ਚ ਹੋ ਜਾਏਗੀ 30 'ਚ ਹੋ ਜਾਏਗੀ ਉਹ 50 ਤੱਕ ਵੀ ਉਹ ਇਹਨਾਂ ਦੀ ਮਸ਼ਹੂਰ ਵੀਡੀਓ ਨਹੀਂ ਹੈਗੀ ਜਿਹੜਾ ਇਹ ਜ਼ਿਕਰ ਕਰਦੇ ਪਏ ਨੇ। ਇਹਨਾਂ ਦੀ ਮਸ਼ਹੂਰ ਵੀਡੀਓ ਕੀ ਨੇ ਇਹਨਾਂ ਦੀਆਂ ਟਾਪ 3 ਜਿਹੜੀਆਂ ਵੀਡੀਓਜ਼ ਨੇ ਨਾ ਉਹ 8 ਸਾਲ ਪੁਰਾਣੀਆਂ। ਮਿਰਜ਼ਾ ਜੀ ਦੀ ਜਿਹੜੀ ਪਹਿਲੀ ਟਾਪ ਵੀਡੀਓ ਹੈ ਦੋਸਤੋ ਉਹ ਤਕਰੀਬਨ 8 ਸਾਲ ਪੁਰਾਣੀ ਹੈ ਤੇ ਉਹਦੇ ਵਿਊਜ਼ ਨੇ 7.2 ਮਿਲੀਅਨ ਤੇ ਇਹਦਾ ਮੌਜੂ ਕੀ ਹੈ ਸੈਕਸ ਹੈਂਡ ਪ੍ਰੈਕਟਿਸ। ਮੈਂ ਇਹਦੀ ਤਫਸੀਲ 'ਚ ਨਹੀਂ ਜਾਵਾਂਗਾ। ਇੱਥੇ ਮਿਰਜ਼ਾ ਜਿਹੜਾ ਗੁਫਤਾਰ ਦਾ ਗਾਜ਼ੂ ਹੈ ਨਾ ਗਾਜ਼ੀ ਬਣਦਾ ਹੈ ਉਹ ਜ਼ਿਕਰ ਕਰਾਂਗਾ। आप सल्लम ਦੀ हदीस का हवाला दिता और ये क्या जी कि आप सल्लम ने फरमाया है हदीस शरीफ भी है कि जो अपनी शर्मगाह और ज़ुबान की गारंटी दे दे मैं जन्नत की उसे गारंटी देता हूँ। ठीक शर्मगाह और इस चीज़ को किस अंदाज से वो नथी कर रहा है मिर्ज़ा इसमें और सुनने वाले कोई आर्गू नहीं करते कि मिर्ज़ा जी केड़ी गल कित्थों मिला रहे हो। अपनी ज़ुबान तुसी चेक की है शर्मगाह की गल करते पे अपनी ज़ुबान तुहाडी किस तरह की है। पहले मैं जिन था अब मैं दूँ ये कोई पढ़े लिखे आलम का है। वही सुल्तान है स्टाइल वह जिड्डी वड्डी डायलॉगबाजी करो जिड्डी वड्डी बोंगी मारो। और जो इन्होंने उसमें मिसाल दी है सच्ची गल है साइंस भी नहीं मानती। खुद जाके तहकीक कर लेना। मैं इस मौजू ते ज़्यादा नहीं जावांगा ਜਿਹੜਾ हैंड प्रैक्टिस के तनाजुर में इन्होंने मसूफ ने फरमाया। इन्नी थोड़ी को गल करके फिर पता नहीं पूरे वीर जी इन्हों की मशहूर वीडियो होवे तो सहारा कि चीज़ का लै रहे हैं सैक्स का। फिर अगली जी इन्हों की तीसरे नंबर पर मशहूर वीडियो वे और जे सब व्यूज़ 5.3 मिलियन तो वह वे जी ओरल सैक्स तो बीवी का दूध। अब मैं वो ये अल्फाज इस्तेमाल नहीं कर सकता। ओरल क्या है चीज़ें हैं आप ख़ुद गूगल जाएंगे आप तहकीक कर लेंगे कि इसकी मज़ीद तफसीलात क्या हैं। तो मिर्ज़ा जी इनू जायज़ करार दे रहे हैं आंदा जी ममानत नहीं हैगी। ए हुण जेह्ड़े मशहूर वीडियोज़ ने दोस्तों पसीना भी आ रहा हुण की करिए मजबूरी है। फिर जो इस तरह का मामला होंदा तो फिर साढ़े वर्गियां कोल रिहा भी नहीं जाता कि ये जिहड़े अपने थाई महात्मा बनने की कोशिश करते हैं इन्हां दा भी तो काला चिट्टा खोलिया जाए ना। तुसी शालमी चले जाओ इचरा चले जाओ मजंग चले जाओ लाहौर के किसी अंदरून शहर के हिस्से चले जाओ उत्थे किसी राह जांदे नूं ना एवें खिलार के ना पुछियो यार अच्छा टाइमिंग ये वो है सारिया चीज़ा वो वीडियो मिलियंस दे विच चली जाएगी और ऐसियां गल्लां दसेगा तुहानूं एक्सपर्ट लगेगा ਜਿਹੜੀਆਂ दूर दूर तक गल्लां तुहाडे वहम गुमान च भी नहीं होणगीਆਂ। बाद च तुसीं सोचोगे हाँ यार कदी फलाने बाबे कोल असीं सुनी सी या फलानी बैठक 'ਚ बैठे हुए सी उत्थों असीं सुनी सी।
ਤੇ ਇਹਨੇ ਵੀ ਉਹੀ ਸਹਾਰਾ ਲਿਆ ਮਸ਼ਹੂਰ ਹੋਣ ਵਾਸਤੇ। ਟਾਪਿਕ ਉਹੀ ਚੁਣੇ, ਲੇਕਿਨ ਕੀ ਇਹ ਵਿੱਚ ਖਿਚੜੀ ਪਕਾ ਦਿੱਤੀ ਇਹਨੇ। ਔਰ ਜਿਹੜੀ ਖਿਚੜੀ ਪਕਾਈ ਉਹ ਸੁਣਨ ਵਾਲਿਆਂ ਨੇ ਕਿਹਾ ਯਾਰ ਬੜੀਆਂ ਸਿਆਣੀਆਂ ਗੱਲਾਂ ਕਰਦਾ ਪਿਆ। ਸਿਆਣੀਆਂ ਗੱਲਾਂ ਕੁਝ ਨਹੀਂ। ਫਿਰ ਬੋਂਗੀ ਨੰਬਰ 5 ਸੁਣੋ। ਇਹ ਵੀਲਾਗਾਂ ਦੇ ਵਿੱਚ ਨਾ ਇਹਨੇ ਇੱਕ 2016 ਦੀ ਗੱਲ ਕੀਤੀ ਹੈ ਜੀ, ਕਿ ਇਹ ਜਿਹੜਾ ਜਿਹਨੂੰ ਇਸਲਾਮ ਨਹੀਂ ਸੀ ਆਇਆ, ਉਦੋਂ ਵੀ ਲੋਕ ਜਦੋਂ ਸੁਣਦੇ ਸਨ ਨਾ ਕਿ ਬੱਚੀ ਪੈਦਾ ਹੋਣ ਵਾਲੀ ਹੈ ਤੇ ਉਹਨੂੰ ਪੈਦਾ ਹੋ ਜਾਂਦੀ ਸੀ ਤੇ ਗਲੇ 'ਚ ਦਬਾ ਛੱਡਦੇ ਸਨ, ਮਾਰ ਦਿੰਦੇ ਸਨ ਜਾਂ ਫਿਰ ਉਹ ਜ਼ਾਇਆ ਕਰਵਾ ਦਿੰਦੇ ਸਨ। ਤੇ ਇੰਡੀਆ ਦੇ ਵਿੱਚ ਮਰਦਾਂ ਦੀ ਤਾਦਾਦ ਇਸ ਲਈ ਜ਼ਿਆਦਾ ਕਿ ਉੱਥੇ ਫਿਰ ਜਿਹਨੂੰ ਸੁਣਦੇ ਨੇ ਨਾ ਉਹ ਮੈਨ ਡੋਮੀਨੈਂਟ ਸੁਸਾਇਟੀ ਹੈ ਤੇ ਸੁਣਦੇ ਨੇ ਤੇ ਉਹ ਫਿਰ 3000 ਇੱਕ ਸਾਲ ਦੇ ਵਿੱਚ। ਠੀਕ ਹੈ ਜੀ। ਨਾਲ ਇਹਨੇ ਨਾਲ ਹੀ ਬਰੀਕ ਵਾਰਦਾਤ ਪਾਉਂਦੇ ਆ ਨਾ ਪਾਕਿਸਤਾਨ ਦੀ ਮਿਸਾਲ ਦੇ ਦਿੱਤੀ। ਮੈਂ ਉਹ 2017 ਦਾ ਡਾਟਾ ਕੱਢਿਆ ਸਾਰਾ। ਇਹਦੇ 'ਚ ਕੋਈ ਸ਼ੱਕ ਨਹੀਂ, ਇਸ ਹੱਦ ਤੱਕ ਮਿਰਜ਼ਾ ਜੀ ਠੀਕ ਸਨ ਕਿ ਮਰਦਾਂ ਦੀ ਤਾਦਾਦ ਉਸ ਸਾਲ ਇਜ਼ਾਫਾ ਹੋਇਆ। ਮਰਦਾਂ ਦੀ ਤਾਦਾਦ 52% 52% ਸੀ ਤੇ ਖਵਾਤੀਨ ਦੀ 48%। ਲੇਕਿਨ ਉਹਦੀ ਰੀਜ਼ਨ ਇਹ ਨਹੀਂ ਸੀ ਕਿ ਪਾਕਿਸਤਾਨੀ ਮੁਆਸ਼ਰਾ ਬੇਟੀਆਂ ਪੈਦਾ ਹੋਣ ਦੇ ਦਾਟੂ ਐਡੇ ਵੱਡੇ ਪੈਮਾਨੇ ਤੇ ਇਹ ਕੁਝ ਕਰ ਰਿਹਾ ਹੈ। ਇਹ ਤਾਂ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਜਦਕਿ ਜਿਹੜੇ ਮਾਹਿਰੀਨ ਸਨ ਉਹਨਾਂ ਇਹ ਕਿਹਾ ਸੀ ਕਿ ਇਹ ਇੱਕ ਛੋਟੀ ਜਿਹੀ ਵਜ੍ਹਾ ਜ਼ਰੂਰ ਹੋ ਸਕਦੀ ਹੈ। ਅਸਲ ਵਜ੍ਹਾ ਤੇ ਇਹ ਵੇ ਕਿ ਜਿਹੜੀਆਂ ਖਵਾਤੀਨ ਨੇ ਉਹਨਾਂ ਨੂੰ ਦੌਰਾਨੇ ਜ਼ਚਗੀ ਬਿਹਤਰ ਖੁਰਾਕ ਨਹੀਂ ਮਿਲਦੀ, ਉਹਨਾਂ ਦਾ ਗ਼ਜ਼ਾ ਦਾ ਮਸਲਾ ਹੈ, ਉਹ ਫਿਰ ਉਸ ਤਰ੍ਹਾਂ ਬਰਦਾਸ਼ਤ ਨਹੀਂ ਕਰ ਪਾਉਂਦੀਆਂ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇੱਕ ਰੀਜ਼ਨ ਇਹ ਵੀ ਹੈ, ਖੁਰਾਕ ਦਾ ਵੱਡਾ ਮਸਲਾ ਹੈ। ਤੇ ਮਿਰਜ਼ੇ ਹੋਰਾਂ ਨੇ ਗੱਲ ਕਿੱਧਰ ਦੀ ਸੱਜਣੋ ਤੇ ਮਿੱਤਰੋ ਜੋੜ ਦਿੱਤੀ, ਇਹ ਤੁਸੀਂ ਖੁਦ ਸੁਣ ਲੈਣਾ। ਅਗਰ ਮੈਂ ਗਲਤ ਕਹਿ ਰਿਹਾ ਹਾਂ ਤੇ ਮੈਂ ਫੇਰ ਕਹਿ ਰਿਹਾ ਹਾਂ ਕਿ ਮੈਂ ਕਿਸੇ ਦੀ ਸਾਈਡ ਨਹੀਂ ਲੈ ਰਿਹਾ। ਮੈਂ ਤੇ ਮਿਰਜ਼ੇ ਹੋਰੀ ਜਿਹੜੀਆਂ ਬੋਂਗੀਆਂ ਮਾਰਦੇ ਨੇ ਨਾ, ਅਜੇ ਥੋੜਾ ਕੁ ਉਹਦਾ ਐਨਾਲਿਸਿਸ ਕੀਤਾ ਤੇ ਆਇਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਸੁਣਨ ਵਾਲੇ ਵੀ ਜ਼ਰਾ ਇਹ ਚੀਜ਼ਾਂ ਦੇਖਣ। ਉਹ ਤੁਹਾਨੂੰ ਵੀ ਅੱਲਾ ਨੇ ਅਕਲ ਤੇ ਸ਼ਊਰ ਦਿੱਤੀ ਹੈ, ਕੁਝ ਆਪਣੀ ਅਕਲ ਤੇ ਸਮਝਦਾਰ ਵੀ ਲੈ ਲਿਆ ਕਰੋ ਕਿ ਜਿਹੜਾ ਅਗਲਾ ਬੰਦਾ ਬੋਂਗੀਆਂ ਮਾਰ ਰਿਹਾ ਹੈ ਤੁਸੀਂ ਉਹ ਬੋਂਗੀਆਂ ਤੇ ਬੱਲੇ ਬੱਲੇ ਤੇ ਸ਼ਾਵਾ ਕਰਨੀ ਹੈ ਜਿਸ ਤਰ੍ਹਾਂ ਉਹ ਕਰ ਰਹੇ ਸਨ। ਇੱਕ ਵੀਡੀਓ ਪਾਪੂਲਰ, ਉਹ ਕੋਈ ਪਾਪੂਲਰ ਵੀਡੀਓ ਨਹੀਂ, ਫਿਰ ਖੁਦ ਉਹ ਮੌਜ਼ੂਆਤ ਦਾ ਸਹਾਰਾ ਲਿਆ ਕਿ ਸੱਚੀ ਗੱਲ ਹੈ ਉਹ ਤੇ ਮੌਜ਼ੂ ਕੋਈ ਬੰਦਾ ਵੀ ਡਿਸਕਸ ਕਰਕੇ ਰਾਤੋਂ ਰਾਤ ਹਿੱਟ ਹੋ ਸਕਦਾ ਹੈ, ਰੇਟਿੰਗ ਲੈ ਸਕਦਾ ਹੈ, ਵਿਊਜ਼ ਲੈ ਸਕਦਾ ਹੈ। ਸਿਰਫ ਮਾਰਾ ਜਿਹਾ ਆਪਣੇ ਥੰਬਨੇਲ ਦੇ ਵਿੱਚ ਜ਼ਿਕਰ ਸੈਕਸ ਦਾ ਹੀ ਕਰਨਾ ਹੈ ਨਾ। ਸੈਕਸ ਦੀਆਂ ਜੈਂਡਰ ਸਟੱਡੀ ਵੀ ਇਹ ਚੀਜ਼ਾਂ ਵੀ ਨੇ, ਚਾਹੇ ਓਰਲ ਸਾਈਡ ਤੇ ਲਾਈਓ, ਜਿਹੜੀ ਮਰਜ਼ੀ ਸਾਈਡ ਤੇ ਲਾਈਓ, ਹੈਂਡ ਪ੍ਰੈਕਟਿਸ ਤੇ ਲਾਈਓ। ਮੈਂ ਗੱਲਾਂ ਇਸ ਲਈ ਨਹੀਂ ਮੈਂ ਬਰੀਕ, ਕਿਉਂਕਿ ਮੈਂ ਜਿਹੜੀ ਤਹਿਕੀਕ ਕੀਤੀ ਹੈ ਨਾ ਫਿਰ ਸਾਡੇ ਦੋਸਤ ਸਮਝਣਗੇ ਪਤਾ ਨਹੀਂ ਇਹ ਕੀ ਕੀਤੀ ਜਾ ਰਿਹਾ ਮੋਹਸਨ ਬਿਲਾਲ। ਲੇਕਿਨ ਮੈਂ ਸਿਰਫ ਇੱਕ ਇਲਮੀ ਬਾਜ਼ੂ ਦੇ ਵਿੱਚ ਗੱਲ ਹੈ ਨਾ ਉਹ ਤੁਹਾਡੇ ਸਾਹਮਣੇ ਰੱਖੀਆਂ ਨੇ ਕਿ ਇਹ ਜਿਹੜਾ ਸਾਡੇ ਮਿਰਜ਼ੇ ਹੋਰੀ ਨੇ ਨਾ, ਮਿਰਜ਼ਾ ਜੀ ਦੁਨੀਆ ਦੇ ਬੜੇ ਬੜੇ ਬਾਅਮਲ ਲੋਕ ਨੇ, ਕਿਰਦਾਰ ਦੇ ਗਾਜ਼ੀ ਨੇ, ਗੁਫਤਾਰ ਦੇ ਗਾਜ਼ੀ ਨਹੀਂ। ਤੁਹਾਡੇ ਮੰਗਣਾ ਕਿ ਗੱਲਾਂ ਸੁਣਾ ਲਈਆਂ ਤੇ ਮਸ਼ਹੂਰੀ ਲੈ ਲਈ ਤੇ ਜਦੋਂ ਕੋਈ ਤੁਹਾਨੂੰ ਮੁਜ਼ਾਕਰੇ ਦਾ ਚੈਲੰਜ ਕਰਦਾ ਤੇ ਤੁਸੀਂ ਹੁਜਰੇ ਤੋਂ ਹੀ ਬਾਹਰ ਨਹੀਂ ਨਿਕਲਦੇ। ਹੁਣ ਤੁਸੀਂ ਇਹ ਕਹਿ ਰਹੇ ਸੀ ਕਿ ਮੈਂ ਬਨੋ ਰਹੀਆ ਕਿ ਜ਼ਾਸ਼ੋं को खूब समझता हूँ, ਕੁਛ ਮੇਰੇ ਆਪਣੀ ਸਿਕਿਉਰਿਟੀ ਵਜੂਹਾਤ ਹੈ। ਮਿਰਜ਼ਾ ਜੀ ਤੇ ਗੱਲਾਂ ਤੁਸੀਂ ਦੂਸਰਿਆਂ ਨੂੰ ਕਰਦੇ ਪਏ। ਉਹ ਡਰਪੋਕ ਨੇ, ਬੁਜ਼ਦਲ ਨੇ, ਭੱਜੇ ਹੋਏ ਨੇ ਗ੍ਰਿਫਤਾਰੀ ਦੇ ਡਰ ਤੋਂ ਤੇ ਆਪੀ ਵੀ ਤੇ ਹੁਜਰੇ ਤੋਂ ਬਾਹਰ ਨਹੀਂ ਨਾ ਤੁਸੀਂ ਅਗਲੇ ਅੱਲਾ ਵਾਲਿਓ ਨਿਕਲਦੇ। ਉਹਨਾਂ ਤੇ ਆਣਾ ਹੀ ਆਣਾ ਮੈਦਾਨ 'ਚ, ਸਾਡੇ ਆਪਣੇ ਜ਼ਾਤੀ ਇਲਮ 'ਚ ਆਣਾ ਹੀ ਆਣਾ, ਲੇਕਿਨ ਮੁਨਾਸਿਬ ਵਕਤ ਤੇ ਆਣਗੇ। ਤੁਸੀਂ ਜਿਹੜੀਆਂ ਬੋਂਗੀਆਂ ਛੱਡਦੇ ਹੋ, ਗੱਪਾਂ ਮਾਰਦੇ ਹੋ, ਇਹਦਾ ਤੇ ਜਵਾਬ ਦੇਣਾ ਜੇ ਨਾ ਜਾਂ ਨਹੀਂ ਦੇਣਾ। ਤੇ ਮੈਂ ਫਿਰ ਆਖਰ ਤੇ ਉਹ ਸੁਣਨ ਵਾਲਿਆਂ ਨੂੰ ਜਿਹੜੇ ਮਿਰਜ਼ੇ ਨੂੰ ਸੁਣਦੇ ਨੇ, ਇਹ ਜਿਹੜੀ ਬੋਂਗੀ ਮਾਰਦਾ ਨਾ ਉਹਦੀ ਖੁਦ ਵੀ ਤਹਿਕੀਕ ਕਰ ਲਿਆ ਕਰੋ, ਕਿਸੇ ਪੜ੍ਹੇ ਲਿਖੇ ਬੰਦੇ ਕੋਲ ਵੀ ਰਜੂਅ ਕਰ ਲਿਆ ਕਰੋ। ਇਹ ਜਿਹੜੇ ਲੋਕਾਂ ਨੇ ਡਿਗਰੀਆਂ ਕੀਤੀਆਂ ਨੇ ਮੁਖਤਲਿਫ ਸ਼ੋਬਾਜਾਤ ਦੇ ਵਿੱਚ, ਉਹਨਾਂ PhD ਕੀਤੀ ਹੋਈ ਹੈ, ਡਾਕਟਰ ਬਣੇ ਹੋਏ ਨੇ, ਕੀ ਐਵੇਂ ਬਣ ਗਏ ਨੇ? ਜਿਹੜਾ ਇਹਦਾ ਕੰਮ ਸੀ ਪਲੰਬਰਾਂ ਵਾਲਾ ਉਹ ਤੇ ਕਰਦਾ ਨਹੀਂ। ਭਾਈ ਤੂੰ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ, ਤੂੰ ਉਹਦੇ 'ਚ ਕੀ ਕਮਾਲ ਕੀਤਾ? ਮੈਂ ਮੈਥਸ ਕੰਮ ਦੀ ਡਿਗਰੀ ਹਾਸਲ ਕੀਤੀ ਹੈ ਨਾ, ਤੇ ਮੇਰੇ ਅੱਗੇ ਜਿਹੜੀ ਕੋਈ ਚੀਜ਼ ਆਉਂਦੀ ਹੈ ਮੈਂ ਉਹਨੂੰ ਅਬਲਾਗਿਆਤ ਦੇ ਤਨਾਜ਼ੁਰ 'ਚ ਜਾਂ ਪੋਲੀਟਿਕਸ ਦੇ ਤਨਾਜ਼ੁਰ 'ਚ ਵੇਖਣਾ ਵਾ, ਉਹਦਾ ਡਾਟਾ ਇਕੱਠਾ ਕਰਨਾ। ਕਿਸੇ ਜਗ੍ਹਾ ਅਸੀਂ ਗਲਤ ਵੀ ਹੋ ਸਕਦੇ ਹਾਂ, ਗਲਤੀ ਦਾ ਬੰਦਾ ਪੁਤਲਾ ਹੈ, ਲੇਕਿਨ ਇਹ ਤਾਂ ਨਹੀਂ ਕਿ ਯਾਰ ਤੁਸੀਂ ਹਰ ਵਕਤ ਬੋਂਗੀਆਂ ਮਾਰਦੇ ਰਹੋ। ਤੇ ਜਿਹੜਾ ਤੁਹਾਡਾ ਸ਼ੋਬਾ ਹੈ ਉਹਦੇ ਵਿੱਚ ਦੱਸੋ ਨਾ ਤੁਹਾਡੇ ਕੀ ਕਮਾਲਾਤ ਨੇ। ਇਹ ਤੇ ਆਮ ਜਿਹੇ ਮੌਜੂ ਨੇ, ਕਿਸੇ ਨਾਲ ਵੀ ਤੁਸੀਂ ਇੰਤਸ਼ਾਰ ਹੀ ਪੈਦਾ ਕਰਨਾ ਨਾ। ਇੱਕ ਤਾਂ ਤੁਸੀਂ ਹਦੀਜ਼ਾਂ ਦਾ ਹਵਾਲਾ ਦੇ ਕੇ ਮਸ਼ਹੂਰ ਹੋ ਰਹੇ ਹੋ, ਦੂਸਰੀ ਜਨ ਆਪਣੀ ਜ਼ੁਬਾਨ ਤੇ ਤੁਹਾਨੂੰ ਕੰਟਰੋਲ ਨਹੀਂ ਹੁੰਦਾ। ਕਹਿੰਦੇ ਹੋ ਸ਼ਰਮਗਾਹ ਦੀ ਹਿਫਾਜ਼ਤ ਦੀਆਂ ਚੀਜ਼ਾਂ, ਇੱਕ ਵੀ ਇਲਾਕ 'ਚ ਤੁਸੀਂ ਗੱਲ ਕਰਦੇ ਹੋ ਕਿ ਕੁਝ ਨਹੀਂ ਹੁੰਦਾ, ਇੱਕ ਵੀ ਇਲਾਕ 'ਚ ਤੁਸੀਂ ਗੱਲ ਕਰਦੇ ਹੋ ਜੀ ਕਿ ਹਿਫਾਜ਼ਤ ਜ਼ਰੂਰੀ ਹੈ। ਇਹ ਕੁੱਲ ਫੇਲ ਦਾ ਤਜ਼ਾਦ ਹੈ। ਕੋਈ ਸਟੂਡੈਂਟ, ਸਾਡੇ ਕੋਲ ਤਾਂ ਇੰਨਾ ਹੈ ਟਾਈਮ ਨਹੀਂ, ਕੋਈ ਸਟੂਡੈਂਟ ਨੂੰ ਮੈਂ ਕਹਾਂਗਾ, ਦਰਖਾਸਤ ਕਰਾਂਗਾ ਜਰਾ ਸੁਣ ਕੇ ਨਾ ਤੇਰਾ ਐਨਾਲਿਸਿਸ ਕਰੋ, ਡਾਟਾ ਐਨਾਲਿਸਿਸ ਕਰੋ, ਤੁਹਾਨੂੰ ਪਤਾ ਚੱਲ ਜਾਏਗਾ ਕਿ ਮਿਰਜ਼ਾ ਜੀ ਵੀ ਕਿੱਡੇ ਵੱਡੇ
ਰੋਂਗ ਨੰਬਰ ਨੇ, ਦੂਸਰਿਆਂ ਦੇ ਬਾਬਿਆਂ ਨੂੰ ਗੱਲਾਂ ਕਰਦੇ ਨੇ, ਲੇਕਿਨ ਜਿਨ੍ਹਾਂ ਨੇ ਇਹਨਾਂ ਨੂੰ ਬਾਬਾ ਬਣਾਇਆ ਹੋਇਆ ਨਾ, ਇਹ ਉਹਨਾਂ ਵਾਸਤੇ ਰੋਗ ਨੰਬਰ ਨੇ। ਤੇ ਉਹ ਨੌਜਵਾਨੋ ਕੁਝ ਅਕਲ ਤੇ ਸ਼ੌਰ ਨੂੰ ਹੱਥ ਮਾਰਨਾ ਤੇ ਟਰੱਕ ਦੀ ਬੱਤੀ ਮਗਰ ਨਾ ਲੱਗੋ। ਅੱਲਾਹ ਤਾਲਾ ਨੇ ਦਿਮਾਗ ਦਿੱਤਾ ਹੈ, ਹਿਕਮਤ ਨਾਲ ਕੰਮ ਲਵੋ, ਸੋਚ ਵਿਚਾਰ ਕਰੋ, ਗੱਲੀ ਬਾਤੀ ਕਿਸੇ ਦੇ ਪਿੱਛੇ ਨਾ ਲੱਗਿਆ ਕਰੋ। ਉਹ ਵੇਖੋ ਕਿ ਪ੍ਰੈਕਟੀਕਲ ਬੰਦਾ ਕਿਹੜਾ ਹੈ। ਸਾਡਾ ਚੈਨਲ ਇਨਸਾਈਡ ਸਟੋਰੀ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅੱਲਾਹ ਹਾਫਿਜ਼।